किस तरह से? हम बाहर बैठे हैं, हम घर नहीं जाएंगे, हम यहाँ पर बैठे हैं अपने पास। किस ਲਈ ਸੀ ਇੱਕ ਮਿੰਟ ਰੈਡੀ ਹੈ ਜੀ ਚਲੋ ਚਲੋ ਜੀ। ਲੈ ਲੈ ਰੈਡੀ ਹਾਂਜੀ ਹਾਂਜੀ ਚਲੋ। ਹਾਂਜੀ ਸਰ ਅੱਜ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਸਵੇਰੇ ਅਸੀਂ ਕਪੂਰਥਲੇ ਦੀਆਂ ਸੰਗਤਾਂ ਦੇ ਨਾਲ ਅਸੀਂ ਇਕੱਠੇ ਹੋ ਕੇ ਇੱਥੇ ਗੁਰਦਾਸ ਮਾਨ ਨੇ ਜਿਹੜੀ ਗੁਰੂ ਸਾਹਿਬ ਦੇ ਬਾਬਤ ਤੁਲਨਾ ਕੀਤੀ ਹੈ ਇੱਕ ਤੁਛ ਜਿਹੇ ਇਨਸਾਨ ਦੀ, ਉਹਦੇ ਸੰਬੰਧ ਦੇ ਵਿੱਚ ਐਸਐਸਪੀ ਦਿਹਾਤੀ ਨੂੰ ਸਵੇਰੇ ਕੰਪਲੇਂਟ ਕਰਕੇ ਗਏ ਸੀਗੇ, ਪਰ ਉਹਨਾਂ ਨੇ ਕੋਈ ਵੀ ਹਜੇ ਤੱਕ ਕੋਈ ਕੰਪਲੇਂਟ ਨੰਬਰ ਵਗੈਰਾ ਜਿਹੜਾ ਹੈਗਾ ਪ੍ਰੋਵਾਈਡ ਨਹੀਂ ਕੀਤਾ। ਉਹਦੇ ਰੋਸ ਵਜੋਂ ਅੱਜ ਜਲੰਧਰ ਦੀਆਂ ਸਾਰੀਆਂ ਸੰਗਤਾਂ ਦੇ ਸਹਿਯੋਗ ਦੇ ਨਾਲ ਸਤਿਕਾਰ ਕਮੇਟੀ ਦੇ ਸਿੰਘ ਇੱਥੇ ਇਕੱਠੇ ਹੋਏ ਆ, ਹੋਰ ਬਹੁਤ ਸਾਰੀਆਂ ਜਥੇਬੰਦੀਆਂ ਜਿਹੜੇ ਨੁਮਾਇੰਦੇ ਅੱਜ ਇੱਥੇ ਆਏ ਆ, ਤੇ ਇਹੀ ਮੰਗ ਇੱਥੇ ਕਰਦੇ ਪਏ ਆ ਕਿ ਸਾਨੂੰ ਉਹਨਾਂ ਦੀ ਲਿਖਤੀ ਕੋਈ ਕੰਪਲੇਂਟ ਦਾ ਜਿਹੜਾ ਨੰਬਰ ਹੈ ਉਹ ਦਿੱਤਾ ਜਾਵੇ। ਚਲ ਸਰ ਅਸਲ ਦੇ ਵਿੱਚ ਉਹਨਾਂ ਨੇ ਕਿੰਨਾ ਤੁਲਨਾ ਕੀਤੀ ਸੀ ਗੁਰਦਾਸ ਮਾਨ ਨੇ? ਤੀਜੇ ਪਾਤਸ਼ਾਹ ਦੀ ਅੰਸ ਬੰਸ ਦੇ ਵਿੱਚੋਂ ਨਕੋਦਰ ਦਾ ਜਿਹੜਾ ਚੱਲ ਰਿਹਾ ਇੱਕ ਡੇਰਾ ਹੈਗਾ ਆ, ਉਹਦੇ ਸਾਧ ਦੇ ਨਾਲ ਤੁਲਨਾ ਕੀਤੀ ਉਹਨਾਂ ਨੇ, ਜਦ ਕਿ ਗੁਰਦਾਸ ਮਾਨ ਜਿਹੜਾ ਹੈਗਾ ਐਕਚੁਅਲ ਦੇ ਵਿੱਚ ਕੀ ਹੈਗਾ ਕਿ ਪਿਛਲੇ ਦਿਨਾਂ ਦੇ ਵਿੱਚ ਪੰਜਾਬੀ ਭਾਸ਼ਾ ਦੇ ਮੁੱਦੇ ਦੇ ਉੱਤੇ ਉਹਨੇ ਕੋਈ ਬਿਆਨਬਾਜ਼ੀ ਕੀਤੀ ਸੀ, ਜਿਹਦੇ ਲਈ ਬਹੁਤ ਸਾਰਾ ਵਿਰੋਧ ਜਿਹੜਾ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਸੰਗਤਾਂ ਦਾ ਉਹਨੂੰ ਸਹਿਣ ਕਰਨਾ ਪਿਆ ਸੀ, ਪਰ ਉਹਨੇ ਆਪਣੀ ਹੈਂਕੜ ਨਹੀਂ ਛੱਡੀ ਕਿਤੇ ਵੀ, ਆਪਣੀ ਈਗੋ ਨਹੀਂ ਛੱਡੀ ਕਿਤੇ ਵੀ। ਉਹਨੇ ਗਲਤੀ ਮੰਨਣ ਦੀ ਬਜਾਏ ਜਦੋਂ ਵੀ ਉਹਦੇ ਅੱਗੇ ਮੀਡੀਆ ਗਿਆ, ਮਾਈਕ ਗਏ ਆ, ਤੇ ਉਹਨੇ ਆਪਣੀਆਂ ਬੇਤੁਕੀਆਂ ਸਫਾਈਆਂ ਦੇਣ ਦੀ ਕੋਸ਼ਿਸ਼ ਕੀਤੀ ਆ। ਕਿਸਾਨੀ ਮੋਰਚੇ ਦੇ ਅੰਦਰ ਉਹਨੂੰ ਬੋਲਣ ਨਹੀਂ ਦਿੱਤਾ ਗਿਆ, ਲੋਕਾਂ ਨੇ ਉੱਥੇ ਉਹਦਾ ਵਿਰੋਧ ਕੀਤਾ, ਦੇਸ਼ ਵਿਦੇਸ਼ 'ਚ ਹਰ ਜਗ੍ਹਾ ਉਹਦਾ ਵਿਰੋਧ ਹੋਇਆ। ਕਾਫੀ ਦਿਨਾਂ ਦੇ ਬਾਅਦ ਜਦੋਂ ਉਹ ਬਾਹਰ ਨਿਕਲਿਆ ਆ ਤੇ ਸਾਨੂੰ ਇਦਾਂ ਲੱਗਦਾ ਹੈ ਕਿ ਬੜੀ ਇੱਕ ਸਾਜ਼ਿਸ਼ ਦੇ ਤਹਿਤ ਜਿਹੜੀ ਹੈਗੀ ਬਿਆਨਬਾਜ਼ੀ ਕੀਤੀ ਗਈ, ਕੋਈ ਜਾਣਬੁੱਝ ਕੇ ਨਹੀਂ ਕੀਤੀ। ਭਈ ਇਦਾਂ ਨਹੀਂ ਕਹਿ ਸਕਦੇ ਵੀ ਅਣਜਾਣੇ 'ਚ ਕੁਝ ਹੋ ਗਿਆ, ਇਹ ਬੜਾ ਪ੍ਰੀ ਪਲਾਨ ਹੈ। ਇਹ ਸਿੱਖਾਂ ਦੇ ਅਗੇਂਸਟ ਜਿਹੜੀ ਉਹਦੀ ਅੰਦਰਲੀ ਨਫ਼ਰਤ ਹੈ ਨਾ, ਇਹ ਉਹਦਾ ਪ੍ਰਗਟਾਵਾ ਆ, ਕਿਉਂਕਿ ਉਹਨੂੰ ਉੱਥੇ ਉਸ ਡੇਰੇ 'ਚ ਬੋਲਣ ਦੀ ਇੱਕ ਸਪੇਸ ਦਿੱਤੀ ਜਾਂਦੀ ਹੈ। ਉਹ ਕਿਹਨੂੰ ਮੰਨਦਾ ਕਿਹਨੂੰ ਨਹੀਂ ਮੰਨਦਾ ਸਾਨੂੰ ਇਸ ਚੀਜ਼ ਨਾਲ ਕੋਈ ਲੈਣ ਦੇਣ ਨਹੀਂ, ਪਰ ਉਹ ਗੁਰੂ ਸਾਹਿਬ ਦੀ ਤੁਲਨਾ ਕਿਸੇ ਐਸੇ ਵਿਅਕਤੀ ਦੇ ਨਾਲ ਕਰੇ ਜਿਹੜਾ ਆਪ ਵੀ ਨਸ਼ਾ ਕਰਦਾ ਤੇ ਨਸ਼ੇ ਨੂੰ ਹੀ ਪ੍ਰਮੋਟ ਕਰਦਾ ਆ, ਤੇ ਉਹ ਸਿੱਖ ਕੌਮ ਕਦੇ ਵੀ ਬਰਦਾਸ਼ਤ ਨਹੀਂ ਕਰੂਗੀ। ਤੇ ਗੁਰਦਾਸ ਮਾਨ ਨੇ ਆਪਣੀਆਂ ਗੀਤਾਂ ਦੇ ਵਿੱਚ, ਆਪਣੇ ਲਫ਼ਜ਼ਾਂ ਦੇ ਜ਼ਰੀਏ, ਗੀਤਾਂ ਦੇ ਜ਼ਰੀਏ ਇੱਕ ਵਾਰ ਨਹੀਂ ਅਨੇਕ ਵਾਰ ਆਪਣੀ ਸਿੱਖ ਵਿਰੋਧੀ ਮਾਨਸਿਕਤਾ ਦਾ ਪ੍ਰਗਟਾਵਾ ਜਿਹੜਾ ਆ ਉਹਨੇ ਬਹੁਤ ਵਾਰ ਕੀਤਾ ਹੈ, ਤਾਂ ਸਿੱਖ ਕਦੇ ਵੀ ਇਹ ਚੀਜ਼ ਨੂੰ ਬਰਦਾਸ਼ਤ ਨਹੀਂ ਕਰਦਾ। ਸਰ ਤੁਸੀਂ ਕਿਹਾ ਕਿ ਮਤਲਬ ਇੱਕ ਤਿਆਰੀ ਕੀਤੀ ਹੋਈ ਹੈ, ਪ੍ਰੀ ਪਲਾਨਡ ਕੀਤਾ ਗਿਆ, ਇਹ ਕਿਹਦੇ ਵੱਲੋਂ ਕੀਤਾ ਗਿਆ, ਕਿ ਮਤਲਬ ਕੀ ਕਹਿਣਾ ਚਾਹੁੰਦੇ ਇਸ ਬਾਰੇ? ਜਿਨ੍ਹਾਂ ਦੀਆਂ ਸਿਖਾਈਆਂ ਸਿੱਖਿਆਂ ਦੇ ਉੱਤੇ ਅੱਜ ਗੁਰਦਾਸ ਮਾਨ ਚੱਲ ਰਿਹਾ, ਜਿਹੜੀ ਆਈਡੀਓਲੋਜੀ ਨੂੰ ਉਹ ਪ੍ਰਮੋਟ ਕਰ ਰਿਹਾ, ਨੈਚੁਰਲੀ ਗੱਲ ਜਿਹਨਾਂ ਦਾ ਪੜ੍ਹਾਇਆ ਪੜ੍ਹ ਰਿਹਾ ਸਾਰੀ ਦੁਨੀਆ ਜਾਣਦੀ ਹੈ। ਆਰਐਸਐਸ ਦੀ ਆਈਡੀਓਲੋਜੀ ਤੇ ਉਹ ਕੰਮ ਕਰ ਰਿਹਾ, ਲਗਾਤਾਰ ਕਰ ਰਿਹਾ। ਪੰਜਾਬ ਦੇ ਅੰਦਰ ਡੇਰਾਵਾਦ ਨੂੰ ਪ੍ਰਮੋਟ ਕਰਨਾ, ਇਹੋ ਜਿਹੇ ਲੋਕਾਂ ਨੂੰ ਪ੍ਰਮੋਟ ਕਰਨਾ ਉਹਦਾ ਮੁੱਖ ਏਜੰਡਾ ਰਿਹਾ ਸ਼ੁਰੂ ਤੋਂ। ਉਹਦੇ ਗੀਤ ਦੇਖੋ, ਉਹਦੇ ਪੁਰਾਣੇ ਤੋਂ ਪੁਰਾਣੇ ਗੀਤ ਚੱਕ ਕੇ ਦੇਖੋ, ਉਹ ਨੌਜਵਾਨਾਂ ਨੂੰ ਇਹ ਪ੍ਰੇਰਿਤ ਕਰਦਾ, ਜਿਸ ਗਾਣੇ ਨੂੰ ਪੂਰਾ ਪੰਜਾਬ ਬੜੇ ਮਾਣ ਨਾਲ ਸੁਣਦਾ ਰਿਹਾ ਸਿੱਖਾਂ ਨੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸੀਂ ਅੱਜ ਜਲੰਧਰ ਦਿਹਾਤੀ ਐਸਐਸਪੀ ਕੋਲ ਸਾਡੇ ਸਵੇਰੇ ਜਥੇਬੰਦੀ ਆਈਆਂ ਸਨ। ਉਹ ਜੋ ਗੁਰਦਾਸ ਮਾਨ ਨੇ ਇੱਕ ਗੁਰੂ ਅਮਰਦਾਸ ਜੀ ਦੇ ਮਹਾਰਾਜ ਦੇ ਨਾਂ ਦੇ ਬਰਾਬਰੀ ਕਰਕੇ ਇੱਕ ਕੋਈ ਆਪਣੇ ਡੇਰੇ ਦੇ ਸੰਤ ਦੀ ਤੁਲਨਾ ਕੀਤੀ ਹੈ, ਉਹ ਇੱਕ ਬਹੁਤ ਨਿੰਦਣਯੋਗ ਕੰਮ ਹੈ। ਉਹਦੇ ਖਿਲਾਫ ਅਸੀਂ ਗੁਰਦਾਸ ਮਾਨ ਦੇ ਖਿਲਾਫ ਅਸੀਂ ਅੱਜ ਕੰਪਲੇਂਟ ਵੀ ਦਿੱਤੀ ਹੈ, ਜੋ ਅਜੇ ਤੱਕ ਪ੍ਰਸ਼ਾਸਨ ਨੇ ਕੋਈ ਪਰਚਾ ਦਰਜ ਨਹੀਂ ਕੀਤਾ ਹੈਗਾ। ਗੁਰਦਾਸ ਮਾਨ ਅੱਗੇ ਵੀ ਕੋਈ ਇਹੋ ਜਿਹੀਆਂ ਗੱਲਾਂ ਕਰਦਾ ਰਹਿੰਦਾ ਹੈ, ਬਾਅਦ 'ਚ ਮਾਫੀ ਮੰਗ ਲੈਂਦਾ, ਪਰ ਇਸ ਵਾਰ ਕੋਈ ਮਾਫੀ ਵਾਲੀ ਗੱਲ ਨਹੀਂ ਹੈਗੀ, ਕਿਉਂਕਿ ਉਹਨੇ ਇੱਕ ਦੁਨਿਆਵੀ ਬੰਦੇ ਦੀ ਤੁਲਨਾ ਗੁਰੂ ਅਮਰਦਾਸ ਦੀ ਵਜ੍ਹਾ ਨਾਲ ਕੀਤੀ ਹੈ। ਅਸੀਂ ਅੱਜ ਹੁਣ ਐਸਐਸਪੀ ਦੇ ਹੱਥ ਬਾਹਰ ਬੈਠੇ ਹੋਏ ਹਾਂ, ਪਰ ਸਾਨੂੰ ਉਹਨਾਂ ਨੇ ਕਿਹਾ ਕਿ ਸਾਨੂੰ 24 ਘੰਟੇ ਦਾ ਟਾਈਮ ਦਿਓ। ਅਸੀਂ ਕਿਹਾ ਟਾਈਮ ਜਿੰਨਾ ਮਰਜ਼ੀ ਲਓ, ਪਰ ਅਸੀਂ ਅੱਜ ਤੁਹਾਡੇ ਅਸੀਂ ਇੱਥੇ ਦਫ਼ਤਰ ਦੇ ਬਾਹਰ ਹੀ ਬੈਠੇ ਹਾਂ। ਅਸੀਂ FIR ਦੀ ਕਾਪੀ ਲੈਣ ਤੋਂ ਬਿਨਾਂ ਨਹੀਂ ਜਾਣਾ। ਸਾਡੀਆਂ ਕਾਫੀ ਜਥੇਬੰਦੀਆਂ
ਜੋ ਹੁਸ਼ਿਆਰਪੁਰ ਤੋਂ, ਨਕੋਦਰ ਤੋਂ, ਅੰਮ੍ਰਿਤਸਰ ਸਾਹਿਬ ਤੋਂ ਤੇ ਲੋਕਲ ਜਲੰਧਰ ਤੋਂ ਅਸੀਂ ਸਿੱਖ ਤਾਲਮੇਲ ਕਮੇਟੀ ਵੱਲੋਂ ਵੀ ਸਾਰੇ ਇੱਥੇ ਬੈਠੇ ਧਰਨੇ ਤੇ ਬੈਠੇ ਹੋਏ ਆ ਤੇ ਸਾਡੀਆਂ ਹੋਰ ਜਥੇਬੰਦੀਆਂ ਵੀ ਆ ਰਹੀਆਂ ਹਨ। ਜੇ ਇਹ ਐਸਐਸਪੀ ਦਾ ਪਰਚਾ ਦਰਜ ਨਹੀਂ ਕਰਦੇ ਅਸੀਂ ਆਪਣੇ ਜਥੇਬੰਦੀਆਂ ਨਾਲ ਵਿਚਾਰ ਵਟਾਂਦਰਾ ਕਰਕੇ ਜੋ ਵੀ ਇੱਕ ਸਾਂਝਾ ਪ੍ਰੋਗਰਾਮ ਲਿਖਾਂਗੇ ਉਹ ਆਪਾਂ ਜੋ ਵੀ ਸੰਗਤ ਪ੍ਰਵਾਨਗੀ ਦੇਗੀ ਅਸੀਂ ਕਰਾਂਗੇ। ਵੀਡੀਓ ਕਲਿੱਪ ਵੀ ਦੇ ਦਿੱਤਾ ਗਿਆ ਹੈ, ਰਿਟਨ ਦੇ ਵਿੱਚ ਕੰਪਲੇਂਟ ਵੀ ਦੇ ਦਿੱਤੀ ਗਈ ਹੈ, ਪਰਚਾ ਕਿਉਂ ਨਹੀਂ ਦਰਜ ਕਰ ਰਹੇ? ਪਤਾ ਨਹੀਂ ਇਹਨੂੰ ਕਾਹਦਾ ਦਬਾਅ ਆ, ਪ੍ਰਸ਼ਾਸਨ ਦੇ ਕਾਹਦਾ ਦਬਾਅ ਆ, ਸਾਨੂੰ ਉਸ ਚੀਜ਼ ਦਾ ਨਹੀਂ ਪਤਾ। ਉਹ ਕਹਿੰਦੇ ਸੀ ਇਨਕੁਆਇਰੀ ਕਰਨੀ ਹੈ, ਇਨਕੁਆਇਰੀ ਵਾਲੀ ਕੋਈ ਗੱਲ ਹੈ ਕੋਈ ਨਹੀਂ ਗੀ। ਅਸੀਂ ਨਾਲ ਸੀਡੀ ਦੇ ਬਕਾਇਦਾ ਉਹਨਾਂ ਨੂੰ WhatsApp ਤੇ ਭੇਜਦਾ ਪਲੱਸ ਸੀਡੀ ਬਣਾ ਕੇ ਦਿੱਤੀ ਹੈ ਕਿ ਜੋ ਮੂੰਹ ਬੋਲ ਰਿਹਾ ਵਾ ਸਭ ਕੁਝ ਬੋਲ ਰਿਹਾ, ਸਾਹਮਣੇ ਹਜ਼ਾਰਾਂ ਬੰਦੇ ਸਾਹਮਣੇ ਬੈਠੇ ਹੋਏ ਆ, ਉਹਦੇ ਸਾਹਮਣੇ ਉਹ ਬੋਲਿਆ ਵਾ ਇਹ 'ਚ ਕੋਈ ਇਹ ਤਾਂ ਹੈ ਨਹੀਂ ਕਿ ਇਨਕੁਆਇਰੀ ਕਰਨੀ ਹੈ। ਤੁਸੀਂ FIR ਦਾ ਜੀ ਗੱਲ ਬਾਅਦ 'ਚ ਇਨਕੁਆਇਰੀ ਕਰਦੇ ਰਹੋ। ਅਸੀਂ ਤਾਂ ਇੱਕ ਆਪਣੀ ਕੰਪਲੇਂਟ ਦਿੱਤੀ ਹੈ ਕਿ ਹਾਂ ਵੀ ਉਹ ਬੰਦੇ ਨੇ ਸਾਡੇ ਗੁਰੂ ਸਾਹਿਬ ਨਾਲ ਤੁਲਨਾ ਕੀਤੀ ਹੈਗੀ ਹੈ ਤੇ ਉਹਦੇ ਤੋਂ ਪਰਚਾ ਦਰਜ। ਕਈ ਵਾਰ ਦੇਖਿਆ ਜਾਂਦਾ ਸਿੰਘਾਂ ਵੱਲੋਂ ਸ਼ਬਦਾਵਲੀ ਜਿਹੜੀ ਯੂਜ਼ ਕੀਤੀ ਜਾਂਦੀ ਬਾਅਦ ਮਾਫੀ ਮੰਗੀ ਜਾਂਦੀ ਹੈ, ਕੀ ਕਹਿਣਾ ਚਾਹੁੰਦੇ? ਨਹੀਂ ਇਹ 'ਚ ਮਾਫੀ ਵਾਲੀ ਕੋਈ ਗੱਲ ਨਹੀਂ ਜੀ, ਇਹ 'ਚ ਮਾਫੀ ਵਾਲੀ ਕੋਈ ਗੱਲ ਨਹੀਂ ਹੈਗੀ। ਨਾ ਅਸੀਂ ਆਪਣੇ ਵੱਲੋਂ ਪਰਚਾ ਕਰਾਵਾਂਗੇ, ਅਸੀਂ ਉਹਦੀ ਪੂਰੀ ਪੈਰਵੀ ਕਰਾਂਗੇ। ये कह रहे हैं कि गुरदास मान जो स्पीच दिए हैं वो इंफॉर्मेटरी स्पीच है और उससे इनका जो गुरुज जो है उनका अनादर हुआ है। सो इनके भावनाओं को ठेस पहुँचा, बेसिकली ये इनका कंप्लेंट। ये जो गुरदास मान ने बोला कहाँ पे बोला है, कब तक पर्चा दर्ज होगा? अगर धाराओं की बात करें कौन कौन सी धारा लग सकती है? मैटर अंडर इन्वेस्टिगेशन है, ऑलरेडी हाईएस्ट लेवल पे SP PBI को मार्क कर दिया गया है। तभी मौके के नजाकत को समझते हुए SP रैंक ऑफिसर को मार्क किया गया। प्रॉब्ली जो भी एविडेंसेस है, जो भी वर्ड्स बोला गया है, इसको एनालाइज करके जल्द से जल्द पुलिस एक्शन लेगी। अगर कार्रवाई की बात करें कौन सी कार्रवाई हो सकती है गुरदास मान पे? इसके ऊपर इंफ्लेमेटरी स्पीच के ऊपर अगेन जो रिलेवेंट सेक्शंस है प्रॉब्ली 153 या 295 के IPC के तहत जो सेक्शंस है उसके तहत एक्शन हो सकता है। बट प्रॉब्ली वो डिपेंड करेगा बेसिकली कि स्पीच पे बेसिकली क्या कंटेंट है और वो SP PBI स्पीच भी सुनी जाएगी? हाँ जी स्पीच को Properly investigation? ये इन्वेस्टिगेशन के बेसिस पे, स्पीच के बेसिस पे ही जो अगला एक्शन होगा वो डिसाइड करेगा। गुरदास मान को भी बुलाया जाएगा अपनी सफाई देने के लिए? अगेन जो IU है उसमें मैं SP PBI तो ये जो क्वेश्चन वो प्रॉब्लम उससे ज़्यादा रिलेवेंट रहेगा। बट दोनों पक्ष को सुनने मतलब उनको जरूरत पड़े तो दोनों पक्ष को भी सुना जा सकता है। मगर जो सिख जत्थेबंदियाँ आई हैं उनका कहना है जब तक FIR नहीं हो रही है हम यहाँ से हिलेंगे। देखिए पुलिस जल्द से जल्द इसमें जो रिलेवेंट कार्रवाई है पुलिस जल्द से जल्द करेगी। अब ये तभी हो पाएगा जब सभी जो एविडेंसेस है उसको ध्यान से सुना जाए, ध्यान से उसको समझा जाए, तभी इसमें थोड़ा टाइम लगेगा। सिख जत्थेबंदी ने बाहर धरना भी लगा दिया। इनका कहना है कि जी चलो पर्चा नहीं होता, पुलिस भी अपने काम करे, जल्द से जल्द हम चाहेंगे कि इस पर जो नेसेसरी एक्शन जो लेना बनता है। थैंक यू।